ਗੂਜਰੀ ਮਹੱਲਾ ਪੰਜਵਾ। ਤੂੰ ਦਾਤਾ ਜੀਆ ਸਭਨਾ ਕਾ, ਬਸਹੁ ਮੇਰੇ ਮਨ ਮਾਹੀ। ਚਰਨ ਕਮਲ ਰਿਦ ਮਾਹੀ ਸਮਾਈ, ਤਹ ਭਰਮ ਅੰਧੇਰਾ ਨਾਹੀ। ਤੂੰ ਦਾਤਾ ਜੀਆ ਸਭਨਾ ਕਾ, ਵਸਹੁ ਮੇਰੇ ਮਨ ਮਾਹੀ। ਚਰਨ ਕਮਲ ਰਿਦ ਮਾਹੀ ਸਮਾਈ, ਤਹ ਭਰਮ ਅੰਧੇਰਾ ਨਾਹੀ। ਠਾਕੁਰ ਜਾ ਸਿਮਰਾ ਤੂ ਤਾਹੀ, ਕਰ ਕਿਰਪਾ ਸਰਬ ਪ੍ਰਤਪਾਲਕ। ਪ੍ਰਭ ਕਉ ਸਦਾ ਸਲਾਹੀ ਰਹਾਉ, ਸਾਸ ਸਾਸ ਤੇਰਾ ਨਾਮ ਸਮਾਰੋ। ਤੁਮ ਹੀ ਕਉ ਪ੍ਰਭ ਆਹੇ, ਨਾਨਕ ਟੇਕ ਭਏ ਕਰਤੇ ਕੀ। ਹੋਰ ਆਸ ਬਿਡਾਣੀ ਲਾਹੇ, ਸਾਸ ਸਾਸ ਤੇਰਾ ਨਾਮ ਸਮਾਰੋ। ਤੁਮ ਹੀ ਕਉ ਪ੍ਰਭ ਆਹੇ, ਨਾਨਕ ਟੇਕ ਭਈ ਕਰਤੇ ਕੀ। ਹੋਰ ਆਸ ਬਿਡਾਣੀ ਲਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖਵਾਕ ਮਹਾਵਾਕ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਧਰਨ ਗਗਨ ਨਭ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਹਿਰਦੇ 'ਚ ਵਸਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ। ਤੂੰ ਦਾਤਾ ਜੀਆ ਸਭਨਾ ਕਾ, ਬਸ ਹੋ ਮੇਰੇ ਮਨ ਮਾਹੀ। ਗੋਜਰੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਨਿਰੰਕਾਰ ਵਿਧਾਤੇ ਦੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰ ਰਹੇ ਨੇ। ਤੂੰ ਦਾਤਾ, ਹੇ ਵਾਹਿਗੁਰੂ ਤੂੰ ਦਾਤਾ ਹੈ, ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇ ਕੇ ਨਿਵਾਜਦਾ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੂੰ ਦਾਤਾ ਮਾਂਗਨ ਕੋ ਸਗਲੀ, ਦਾਨ ਦੇਹ ਪ੍ਰਭ ਪਾਨੈ। ਵਾਹਿਗੁਰੂ ਤੂੰ ਦਾਤਾ ਹੈ, ਤੇਰੇ ਮਨਿੰਦ ਕੋਈ ਦੂਸਰਾ ਦਾਤਾ ਨਹੀਂ। ਤੂੰ ਦਾਤਾ ਹੈ, ਦਾਤਾਂ ਦੇ ਕੇ ਬਦਲੇ ਵਿੱਚ ਕੁਝ ਮੰਗਦਾ ਨਹੀਂ ਹੈ ਕਿ ਬਦਲੇ 'ਚ ਕੋਈ ਕਾਂਖਾ ਰੱਖੇ, ਕੋਈ ਕਾਮਨਾ ਰੱਖੇ। ਐਸੀ ਤੇਰੇ ਅੰਦਰ ਕੋਈ ਤਮਾ ਨਹੀਂ ਹੈ। ਤੂੰ ਜਿਸ ਨੂੰ ਵੀ ਦੇ ਰਿਹਾ ਨਿਰਸਵਾਰਥ ਦੇ ਰਿਹਾ, ਨਿਰਸਵਾਰਥ। ਸੰਸਾਰ ਵਿੱਚ ਵੀ ਦਾਨ ਦੇਣ ਵਾਲੇ ਬੜੇ ਬੜੇ ਦਾਨ ਦਾਤਾ ਕਰਤੇ ਹਨ। ਉਹ ਦਾਨ ਦੇਣ ਤੋਂ ਬਾਅਦ ਬਦਲੇ 'ਚ ਕੋਈ ਨਾ ਕੋਈ ਕਾਂਖਾ ਰੱਖਦੇ ਨੇ, ਸਵਾਰਥ ਰੱਖਦੇ ਨੇ ਕਿ ਜਿਸ ਨੂੰ ਅਸੀਂ ਦਾਨ ਦੇ ਰਹੇ ਹਾਂ ਬਦਲੇ ਵਿੱਚ ਇਹਦੇ ਕੋਲੋਂ ਸਾਨੂੰ ਕੀ ਮਿਲੇਗਾ, ਕੀ ਪ੍ਰਾਪਤ ਹੋਵੇਗਾ। ਪਰ ਪਾਰ ਬ੍ਰਹਮ ਪਰਮੇਸ਼ਰ ਐਸਾ ਦਾਤਾ ਹੈ ਜਿਹੜਾ ਬਦਲੇ 'ਚ ਕੋਈ ਕਾਂਖਾ ਨਹੀਂ ਰੱਖਦਾ, ਕੋਈ ਸਵਾਰਥ ਨਹੀਂ ਰੱਖਦਾ ਕਿ ਮੈਨੂੰ ਜੀਵ ਕੋਲੋਂ ਇਹ ਬਦਲੇ 'ਚ ਦਾਤ ਦੇ ਬਦਲੇ ਕੋਈ ਵਸਤੂ ਚਾਹੀਦੀ ਹੈ। ਉਹ ਕੇਵਲ ਦਾਤਾ ਹੈ ਔਰ ਦਾਨ ਦੇ ਕੇ ਨਿਵਾਜਦਾ। ਪ੍ਰਾਣ ਕੇ ਬਚਈਆ, ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਟਈਆ, ਕਿਧੋਂ ਮਾਨੀ ਮਹਾਮਾਨ ਹੋ। ਉਹ ਏਡਾ ਵੱਡਾ ਦਾਤਾ ਹੈ। ਸਰਬ ਤਰਫਾਂ ਤੋਂ ਨਿਰਾਸ਼ ਹੋ ਕੇ ਵੀ ਜੇ ਕੋਈ ਉਹਦੀ ਸ਼ਰਨ ਆਇਆ ਤੇ ਉਹਨੇ ਉਹਦੀਆਂ ਝੋਲੀਆਂ ਭਰ ਕੇ ਨਿਵਾਜਿਆ। ਕਿਤੇ ਕਿਸੇ ਦੀ ਆਸ ਨਹੀਂ ਪੂਰੀ ਹੋਈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰੋਂ ਤਿਸ ਦੀ ਆਸ ਪੂਰਨ ਹੋਈ ਹੈ। ਸਤਿਗੁਰੂ ਜੀ ਦਾਤਾਂ ਦੇ ਕੇ ਨਿਵਾਜਣ ਵਾਲੇ ਹਨ। ਸਤਿਗੁਰੂ ਜੀ ਅਨੇਕ ਪ੍ਰਕਾਰ ਦੀਆਂ ਦਾਤਾਂ ਦੇ ਕੇ ਆਪਣੇ ਸੇਵਕਾਂ ਨੂੰ ਪਾਲਣ ਵਾਲੇ ਹਨ। ਜਨਮ ਤੋਂ ਲੈ ਕੇ ਅੱਜ ਦੇ ਇਸ ਵਰਤਮਾਨ ਦੇ ਸਮੇਂ ਤੱਕ ਪਾਰ ਬ੍ਰਹਮ ਪਰਮੇਸ਼ਰ ਨੇ, ਅਕਾਲ ਪੁਰਖ ਨੇ ਕਿਤਨਾ ਕੁਝ ਦਿੱਤਾ ਹੈ, ਅਸੀਂ ਉਹਦੀਆਂ ਦਿੱਤੀਆਂ ਦਾਤਾਂ ਦੀ ਗਿਣਤੀ ਨਹੀਂ ਕਰ ਸਕਦੇ। ਮਾਤਾ ਦੇ ਉਦਰ ਦੇ ਵਿੱਚ ਆਪਣੀ ਚੇਤਨ ਸੱਤਾ ਦੇ ਕੇ ਅਗਨੀ ਦੇ ਵਿੱਚੋਂ, ਉਦਰ ਦੀ ਜਠਰ ਅਗਨੀ ਦੇ ਉੱਤੋਂ ਵਾਹਿਗੁਰੂ ਪਰਮੇਸ਼ਰ ਜੀ ਰੱਖਿਆ ਕਰਕੇ ਇਸ ਨੂੰ ਜੀਵਨ ਦਾਨ ਦੇ ਰਹੇ ਨੇ। ਜੀਵਨ ਦਾਤਾ ਹੈ। ਜਨਮ ਤੋਂ ਉਪਰੰਤ ਇਹਦੇ ਭੋਜਨ ਦਾ ਪ੍ਰਬੰਧ ਕਰਦੇ ਹਨ। ਦੰਦ ਨਹੀਂ ਹਨ ਮੂੰਹ ਵਿੱਚ, ਵਾਹਿਗੁਰੂ ਨੇ ਵਿਧਾਤੇ ਨੇ ਫਿਰ ਇਹਦੀ ਰੋਜੀ ਦਾ ਦਾਨ ਦੇ ਕੇ ਇਹਨੂੰ ਨਿਵਾਜਿਆ ਹੈ। ਪਹਿਰਨ ਵਾਸਤੇ ਬਸਤਰਾਂ ਦਾ ਦਾਨ ਦੇ ਕੇ ਨਿਵਾਜਿਆ ਹੈ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾਤਾ ਹੈ। ਜਿਨ ਤੋਂ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨਹਿ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਊਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਕਿੰਨਾ ਕੁਝ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ ਤੇ ਫਿਰ ਵੀ ਨਸ਼ੁਕਰਾ ਬੰਦਾ ਕਹਿੰਦਾ ਵਾਹਿਗੁਰੂ ਨੇ ਸਾਨੂੰ ਕੀ ਦਿੱਤਾ ਹੈ।
ਨਸ਼ੁਕਰਾ ਬੰਦਾ ਫਿਰ ਵੀ ਇਹੀ ਕਹਿੰਦਾ ਪਰਮੇਸ਼ਰ ਨੇ ਸਾਨੂੰ ਕੀ ਦਿੱਤਾ, ਅਕਾਲ ਪੁਰਖ ਨੇ ਸਾਨੂੰ ਕੀ ਦਿੱਤਾ। ਤੂੰ ਰੱਖਿਆ ਕੀ ਹੈ ਪਰਮੇਸ਼ਰ ਨੇ ਜੋ ਤੈਨੂੰ ਨਹੀਂ ਦਿੱਤਾ? ਇਹ ਕੰਚਨ ਵਰਗੀ ਕਾਇਆ ਦਿੱਤੀ ਹੈ, ਪਹਿਰਨ ਨੂੰ ਵਸਤਰ ਦਿੱਤੇ ਨੇ, ਖਾਣ ਨੂੰ ਰੋਜੀ ਦੇ ਕੇ ਨਿਵਾਜ ਰਿਹਾ, ਸਰਬ ਪ੍ਰਕਾਰ ਦੀਆਂ ਅਨੇਕਾਂ ਦਾਤਾਂ ਦੇ ਕੇ ਤੈਨੂੰ ਨਿਵਾਜ ਰਿਹਾ। ਨੇਤਰ ਤੈਨੂੰ ਦਿੱਤੇ ਐ, ਸਰਵਣ ਤੈਨੂੰ ਦਿੱਤੇ ਐ, ਜ਼ੁਬਾਨ ਤੈਨੂੰ ਦਿੱਤੀ, ਹੱਥ ਪੈਰ ਪਰਮੇਸ਼ਰ ਨੇ ਤੈਨੂੰ ਦਿੱਤੇ ਐ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿੱਡਾ ਵੱਡਾ ਦਾਤਾ ਹੈ। ਤੂੰ ਉਹਦਾ ਸ਼ੁਕਰ ਕਰਨ ਦੀ ਬਜਾਏ, ਉਹਦਾ ਸ਼ੁਕਰਾਨਾ ਕਰਨ ਦੀ ਬਜਾਏ ਸਗੋਂ ਉਲਾਂਭੇ ਦੀ ਬਿਰਤੀ ਰੱਖ ਕੇ ਉਲਾਂਭਾ ਹੀ ਦੇਣਾ। ਰੱਬ ਨੇ ਸਾਨੂੰ ਕੀ ਦਿੱਤਾ ਹੈ, ਪਰਮੇਸ਼ਰ ਨੇ ਸਾਨੂੰ ਕੀ ਦਿੱਤਾ ਹੈ। ਤੋ ਇਸ ਨਸ਼ੁਕਰੀ ਪਣੇ ਦੀ ਬਿਰਤੀ ਨੂੰ ਆਪਣੇ ਹਿਰਦੇ ਚੋਂ ਕੱਢ ਕੇ ਤਿਆਗ ਕੇ ਜਾਣ, ਹੇ ਪ੍ਰਭੂ ਤੂੰ ਦਾਤਾ ਹੈ, ਤੂੰ ਦਾਤਾ ਜੀਆਂ ਸਭਨਾ ਕਾ। ਜਿਤਨੇ ਵੀ ਸੰਸਾਰ ਦੇ ਜੀ ਹਨ ਉਹਨਾਂ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਤੂੰ ਦਾਤਾ ਹੈ। ਕਿਰਪਾ ਕਰੋ ਬਸਹੋ ਮੇਰੇ ਮਨ ਮਾਹੀ। ਹੇ ਦਾਤਾ ਜੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਮੇਰੇ ਮਨ ਵਿੱਚ ਆ ਕੇ ਵਸ ਜਾਓ। ਤੁਸੀਂ ਦਾਤੇ ਹੋ, ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇ ਕੇ ਨਿਵਾਜਣ ਵਾਲੇ ਹੋ। ਹੇ ਵਿਧਾਤਾ ਜੀ, ਹੇ ਦਾਤਾ ਜੀ, ਆਪ ਜੀ ਕਿਰਪਾ ਕਰਕੇ ਮੇਰੇ ਮਨ ਵਿੱਚ ਆ ਕੇ ਵਸ ਜਾਓ। ਚਰਨ ਕਮਲ ਰਿਦ ਮਾਹੀ ਸਮਾਈ, ਤਹ ਭਰਮ ਅੰਧੇਰਾ ਨਾਹੀ। ਮਹਾਰਾਜ ਜੀ, ਜਿਨ੍ਹਾਂ ਦੇ ਹਿਰਦਿਆਂ ਵਿੱਚ ਤੁਹਾਡੇ ਚਰਨ ਕਮਲ ਵਸਦੇ ਹਨ, ਜਿਨ੍ਹਾਂ ਹਿਰਦਿਆਂ ਵਿੱਚ ਹੇ ਵਾਹਿਗੁਰੂ ਜੀ ਤੁਹਾਡੇ ਚਰਨ ਕਮਲ ਵਸਦੇ ਹਨ, ਉਹਨਾਂ ਹਿਰਦਿਆਂ ਵਿੱਚ ਨਾ ਤਾਂ ਭਰਮ ਹੈ ਤੇ ਨਾ ਹੀ ਅਗਿਆਨਤਾ ਦਾ ਹਨੇਰਾ। ਜਿਨ੍ਹਾਂ ਹਿਰਦਿਆਂ ਵਿੱਚ ਪ੍ਰਭੂ ਜੀ ਤੁਹਾਡੇ ਚਰਨ ਕਮਲ ਵਸਦੇ ਹਨ, ਚਰਨ ਕਮਲ ਰਿਦ ਮਾਹੇ ਸਮਾਏ। ਮਹਾਰਾਜ ਜੀ, ਜਿਨ੍ਹਾਂ ਦੇ ਹਿਰਦਿਆਂ 'ਚ ਤੁਹਾਡੇ ਚਰਨ ਕਮਲ ਸਮਾਉਂਦੇ ਹਨ, ਤਹ ਭਰਮ ਅੰਧੇਰਾ ਨਾਹੀ। ਉਹਨਾਂ ਦੇ ਹਿਰਦਿਆਂ 'ਚ ਨਾ ਭਰਮ ਰਹਿੰਦਾ, ਨਾ ਹੀ ਅਗਿਆਨਤਾ ਦਾ ਹਨੇਰਾ, ਦੋਵੇਂ ਹੀ ਮਿਟ ਜਾਂਦੇ। ਭਰਮ ਦੀ ਨਿਰਵਿਰਤੀ ਵੀ ਹੋ ਜਾਂਦੀ ਹੈ ਔਰ ਅਗਿਆਨਤਾ ਦੇ ਹਨੇਰੇ ਦੀ ਨਿਰਵਿਰਤੀ। ਜਿੱਥੇ ਭਰਮ ਹੈ ਅੰਧੇਰਾ, ਜਿੱਥੇ ਅਗਿਆਨ ਹੈ ਉੱਥੇ ਭਰਮ ਹੈ। ਜਿੱਥੇ ਗਿਆਨ ਹੋਵੇ ਉੱਥੇ ਭਰਮ ਨਹੀਂ ਹੁੰਦਾ। ਭਰਮ ਇਤਨਾ ਪ੍ਰਬਲ ਹੁੰਦਾ, ਜੇ ਕਿਸੇ ਦੇ ਹਿਰਦੇ ਵਿੱਚ ਆ ਜਾਵੇ ਤਾਂ ਭਰਾ ਨੂੰ ਭਰਾ ਨਹੀਂ ਰਹਿਣ ਦਿੰਦਾ, ਮਿੱਤਰ ਨੂੰ ਮਿੱਤਰ ਨਹੀਂ ਰਹਿਣ ਦਿੰਦਾ। ਜੇ ਕਿਸੇ ਮਿੱਤਰ ਪ੍ਰਤੀ ਮਿੱਤਰ ਦੇ ਮਨ 'ਚ ਭਰਮ ਆ ਗਿਆ ਤੇ ਉਹ ਮਿੱਤਰ ਨੂੰ ਮਿੱਤਰ ਨਹੀਂ ਰਹਿਣ ਦਿੰਦਾ। ਤੇ ਜੇ ਕਿਸੇ ਸਿੱਖ ਦੇ ਹਿਰਦੇ 'ਚ ਭਰਮ ਆ ਗਿਆ ਤਾਂ ਫਿਰ ਉਹ ਸਿੱਖ ਨੂੰ ਸਿੱਖ ਨਹੀਂ ਰਹਿਣ ਦਿੰਦਾ, ਉਹ ਗੁਰੂ ਤੋਂ ਦੂਰ ਕਰ ਦਿੰਦਾ। ਜਿੱਥੇ ਭਰਮ ਆ ਗਿਆ, ਜਦੋਂ ਨਿਰੰਕਾਰ ਦੇ ਚਰਨ ਕਮਲ ਹਿਰਦੇ 'ਚ ਵਸਦੇ ਹਨ, ਉਹਦੀਆਂ ਦੋ ਬਰਕਤਾਂ ਮਹਾਰਾਜ ਜੀ ਇੱਥੇ ਦੱਸਦੇ ਨੇ। ਹੈਣ ਬੇਅੰਤੀ, ਪਰ ਦੋ ਬਰਕਤਾਂ ਮੁੱਖ ਰੂਪ 'ਚ ਦੱਸਦੇ ਨੇ। ਪਹਿਲੀ, ਮਹਾਰਾਜ ਜੀ ਕਹਿੰਦੇ ਉਹਦੇ ਹਿਰਦੇ 'ਚ ਅਗਿਆਨਤਾ ਦਾ ਹਨੇਰਾ ਨਹੀਂ ਰਹਿੰਦਾ। ਦੂਸਰੀ ਬਰਕਤ, ਉਹਦੇ ਹਿਰਦੇ 'ਚ ਭਰਮ ਨਹੀਂ ਰਹਿੰਦਾ। ਜਿਹਦੇ ਅੰਦਰ ਭਰਮ ਹੈ ਉਹ ਖਾਲਸਾ ਨਹੀਂ ਹੈ। ਖਾਲਸੇ ਦੀ ਪਰਿਭਾਸ਼ਾ ਜਦੋਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਸਦੇ ਨੇ ਤਾਂ ਪਾਤਸ਼ਾਹ ਫਰਮਾਉਂਦੇ ਨੇ, ਭਰਮ ਭੇਖ ਤੇ ਰਹਿ ਨਿਆਰਾ। ਖਾਲਸਾ ਉਹ ਹੈ ਜਿਹੜਾ ਭਰਮ ਔਰ ਭੇਖ ਦੋਨਾਂ ਤੋਂ ਨਿਆਰਾ ਹੋਵੇ। ਜਿਹਦੇ ਅੰਦਰ ਭਰਮ ਹੈ ਉਹ ਖਾਲਸਾ ਨਹੀਂ। ਜਿਹੜਾ ਭਰਮ ਨੂੰ ਆਪਣੇ ਹਿਰਦੇ ਚੋਂ ਕੱਢ ਦੇਵੇ, ਭਰਮ ਦਾ ਹਿਰਦੇ ਚੋਂ ਤਿਆਗ ਕਰ ਦੇਵੇ। ਅੱਜ ਦਾ ਜਿਹੜਾ ਦਿਨ ਹੈ 12 ਮਈ ਦਾ, ਇਹ ਸਰਹੰਦ ਨੂੰ ਫਤਿਹ ਕਰਨ ਦਾ ਦਿਨ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ
ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਆਏ ਨੇ, ਜਿਨ੍ਹਾਂ ਨਾਲ ਜਥੇਦਾਰ ਬਾਬਾ ਵਿਨੋਦ ਸਿੰਘ ਜੀ, ਬਾਜ ਸਿੰਘ ਜੀ, ਆਲੀ ਸਿੰਘ ਜੀ, ਮਾਲੀ ਸਿੰਘ ਜੀ ਔਰ ਮਿਸਲ ਸ਼ਹੀਦਾਂ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੈਸੇ ਵੱਡੇ ਵੱਡੇ ਜਰਨੈਲ ਨੇ। ਚੱਪੜ ਚਿੜੀ ਦੇ ਮੈਦਾਨ ਵਿੱਚ ਬਨੂੜ ਦੇ ਇਲਾਕੇ ਦੇ ਵਿੱਚ ਇਕੱਠੇ ਹੁੰਦੇ ਛੱਤ ਬੀੜ ਨੂੰ ਮਾਰ ਕੇ। ਹੁਣ ਉਧਰ ਵਜ਼ੀਰ ਖਾਨ ਹੈ, ਜਿਹਦੇ ਕੋਲ ਹਜ਼ਾਰਾਂ ਦੀ ਗਿਣਤੀ 'ਚ ਫੌਜ ਹੈ, ਹਜ਼ਾਰਾਂ ਦੀ ਗਿਣਤੀ 'ਚ। ਹੁਣ ਜੇ ਕੋਈ ਭਰਮ ਕਰੇ ਕਿ ਸੈਂਕੜਿਆਂ ਦੀ ਗਿਣਤੀ ਦੇ ਲੋਕ ਹਜ਼ਾਰਾਂ ਨਾਲ ਕਿਵੇਂ ਲੜਨਗੇ, ਤਾਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਮੁੱਚੇ ਖਾਲਸੇ ਪੰਥ ਨੇ ਮਨ 'ਚ ਕੋਈ ਭਰਮ ਨਹੀਂ ਰੱਖਿਆ। ਜਾਣਦੇ ਸਨ ਕਿ ਸਾਡੇ ਨਾਲ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਤਾਣ ਤੇ ਉਹਨਾਂ ਦੀ ਸ਼ਕਤੀ ਕੰਮ ਕਰ ਰਹੀ ਹੈ। ਹਮਲਾ ਕਰਦੇ ਨੇ ਔਰ ਚੱਪੜ ਚਿੜੀ ਦੇ ਮੈਦਾਨ ਵਿੱਚ ਐਸਾ ਗਹਿ ਗੱਚ ਜੰਗ ਹੁੰਦਾ ਹੈ ਕਿ ਵਜੀਦੇ ਪਾਪੀ ਨੂੰ ਸੋਧ ਕੇ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਮੁੱਚੇ ਪੰਥ ਨੇ ਸਰਹੰਦ ਤੇ ਫਤਿਹ ਕਰਕੇ ਉੱਥੇ ਕੇਸਰੀ ਨਿਸ਼ਾਨ ਚੁਲਾਏ। ਕਿਉਂਕਿ ਭਰਮ ਨਹੀਂ, ਭਰਮ ਹੁੰਦਾ ਤੇ ਕਦੇ ਲੜ ਨਹੀਂ ਸੀ ਸਕਦੇ, ਜੰਗ ਨਹੀਂ ਸੀ ਕਰ ਸਕਦੇ, ਯੁੱਧ ਨਹੀਂ ਸੀ ਕਰ ਸਕਦੇ। ਭਰਮ ਨੂੰ ਦੂਰ ਕਰਕੇ ਹੀ ਜੰਗ ਦੇ ਮੈਦਾਨ ਵਿੱਚ ਲੜਿਆ। ਜਦੋਂ ਕੋਈ ਸੂਰਮਾ ਸਾਹਮਣੇ ਵੇਖ ਕੇ ਇਹ ਆਖੇ ਕਿ ਦੁਸ਼ਮਣ ਦੇ ਕੋਲ ਹਥਿਆਰ ਚੰਗੇ ਨੇ, ਉਹਨਾਂ ਕੋਲ ਫੌਜ ਦੀ ਗਿਣਤੀ ਚੰਗੀ ਹੈ, ਉਹਨਾਂ ਦੇ ਕੋਲ ਵਿਉਂਤਬੰਦੀ ਸਾਡੇ ਨਾਲੋਂ ਵੱਧ ਜਾਪਦੀ ਹੈ, ਅਸਲਾ ਵੱਧ ਹੈ, ਤਾਂ ਇਹੋ ਜਿਹੇ ਭਰਮ ਦੇ ਵਿੱਚ ਕਦੇ ਲੜਿਆ ਹੀ ਨਹੀਂ ਜਾ ਸਕਦਾ। ਸੂਰਮਾ ਜਦੋਂ ਵੀ ਜੰਗ ਦੇ ਮੈਦਾਨ ਵਿੱਚ ਲੜਦਾ ਹੈ, ਇਸ ਭਰਮ ਨੂੰ ਹਿਰਦੇ ਚੋਂ ਕੱਢ ਕੇ ਲੜਦਾ ਹੈ ਕਿ ਦੁਸ਼ਮਣ ਬਲਵਾਨ ਹੈ ਕਿ ਕਮਜ਼ੋਰ ਹੈ। ਉਹ ਬਸ ਇਸ ਸ਼ਿੱਦਤ ਨਾਲ ਲੜਦਾ ਹੈ ਕਿ ਮੈਂ ਇਸ ਰਣ ਭੂਮੀ 'ਚ ਲੜ ਕੇ ਜਿੱਤ ਪ੍ਰਾਪਤ ਕਰਨੀ, ਜਾਂ ਮਾਰਨਾ ਜਾਂ ਮਰਨਾ। ਇਹ ਸੂਰਮੇ ਦਾ ਕਰਤੱਵ ਹੈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲ ਵਸਦੇ ਨੇ, ਉਹਨਾਂ ਦੇ ਹਿਰਦਿਆਂ 'ਚੋਂ ਭਰਮ ਦੂਰ ਹੋ ਜਾਂਦਾ ਹੈ। ਉਹ ਆਪਣੇ ਹਿਰਦੇ 'ਚੋਂ ਭਰਮ ਦਾ ਤਿਆਗ ਕਰ ਦਿੰਦੇ ਹਨ। ਗੁਰਦੇਵ ਦਾ ਮਹਾਵਾਕ ਹੈ ਕਿ ਜਦੋਂ ਤੱਕ ਭਰਮ ਹੈ ਉਦੋਂ ਤੱਕ ਜਨਮ ਮਰਨ ਨਹੀਂ ਮਿਟਦਾ। ਪੁੱਛਿਆ ਜੀ ਭਰਮ ਕਿਵੇਂ ਜਾਂਦਾ ਹੈ? ਕਹਿੰਦੇ ਭਰਮ ਦੀ ਨਿਰਵਿਰਤੀ ਹੁੰਦੀ ਹੈ ਜਦੋਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋਵੇ। ਫਿਰ ਪੁੱਛਿਆ ਮਹਾਰਾਜ ਨਾਮ ਕਿਵੇਂ ਪ੍ਰਾਪਤ ਹੁੰਦਾ ਹੈ? ਤਾਂ ਕਹਿੰਦੇ ਨਾਮ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਗੁਰੂ ਦੀ ਕਿਰਪਾ ਹੋਵੇ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾ ਨਾਮ ਨਹੀਂ ਜਪਿਆ ਜਾਂਦਾ। ਨਾਮ ਜਪੇ ਬਿਨਾ ਹਿਰਦੇ ਚੋਂ ਭਰਮ ਨਹੀਂ ਜਾਂਦਾ। ਬਿਨ ਨਾਮੈ ਭਰਮ ਨਾ ਜਾਈ। ਪਰਮੇਸ਼ਰ ਦੇ ਨਾਮ ਜਪੇ ਬਿਨਾ ਹਿਰਦੇ ਚੋਂ ਭਰਮ ਦੀ ਨਿਰਵਿਰਤੀ ਨਹੀਂ ਹੁੰਦੀ। ਠਾਕੁਰ ਜਾ ਸਿਮਰਾ ਤੂੰ ਤਾਹੀ। ਹੇ ਮੇਰੇ ਠਾਕੁਰ, ਮੈਂ ਤੈਨੂੰ ਜਿੱਥੇ ਸਿਮਰਦਾ, ਜਿਸ ਜਗ੍ਹਾ ਤੇ ਸਿਮਰਦਾ, ਤੂੰ ਉੱਥੇ ਹੀ ਹਾਜ਼ਰ ਹੈ। ਠਾਕੁਰ ਜਾ ਸਿਮਰਾ ਤੂੰ ਤਾਹੀ। ਜਿੱਥੇ ਸਿਮਰਦਾ ਤੂੰ ਉੱਥੇ ਹੀ ਸਹਾਈ ਹੈ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਦ ਆਵੈ ਧਾਏ, ਘਰ ਨੌ ਨਿਦ ਆਵੈ ਧਾਏ, ਘਰ ਨੌ ਨਿਦ ਆਵੈ ਧਾਏ, ਘਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ
ਸਹਾਈ ਸਭ ਥਾਈ ਹੋਏ ਸਹਾਈ। ਠਾਕੁਰ ਜਾ ਸਿਮਰਾ ਤੂੰ ਤਾਹੀਂ, ਹੇ ਠਾਕੁਰ ਹੇ ਸੁਆਮੀ ਹੇ ਮਾਲਕ, ਮੈਂ ਜਿੱਥੇ ਸਿਮਰਦਾ ਤੂੰ ਉੱਥੇ ਹੀ ਹੈ। ਜਿੱਥੈ ਹਰਿ ਅਰਾਧੀਐ ਤਿੱਥੈ ਹਰਿ ਮਿਤ ਸਹਾਈ। ਜਿੱਥੇ ਅਰਾਧੀਏ ਜਿੱਥੇ ਸਿਮਰੀਏ ਤੂੰ ਉੱਥੇ ਹੀ ਹਾਜ਼ਰ ਹੈ। ਜੇ ਭਾਈ ਭਗੀਰਥ ਦਾ, ਭਾਈ ਮਨ ਸੁਖ ਦਾ ਸਿੰਗਲਾ ਦੀਪ ਦੇ ਟਾਪੂ ਤੇ ਜਾਂਦਿਆਂ ਰਸਤੇ ਵਿੱਚ ਬੇੜਾ ਸਮੁੰਦਰ ਦੀ ਮੱਝ ਧਾਰ ਵਿੱਚ ਫਸਦਾ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਿਮਰਦਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸੇਵਕ ਭਾਈ ਮਨ ਸੁਖ ਦਾ ਬੇੜਾ ਉਹਦੇ ਸਿਮਰਨੇ ਮਾਤਰ ਨਾਲ ਹੀ ਕਿਨਾਰੇ ਤੇ ਲਾ ਦਿੰਦੇ ਹਨ। ਵਿਸ਼ਵ ਦੇ ਕਿਸੇ ਕੋਨੇ 'ਚ ਕਿਤੇ ਵੀ ਬੈਠਾ ਗੁਰੂ ਕਾ ਸੇਵਕ ਆਪਣੇ ਗੁਰੂ ਨੂੰ ਸਿਮਰਦਾ, ਸਤਿਗੁਰੂ ਜੀ ਉੱਥੇ ਹੀ ਉਹਦੀ ਸਹਾਇਤਾ ਕਰਦੇ। ਪੱਟੀ ਦੇ ਇਲਾਕੇ ਵਿੱਚ ਮਹਾਰਾਜ ਜੀ ਦੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇੱਕ ਅਸਥਾਨ ਹੈ, ਗੁਰਦੁਆਰਾ ਭੱਠ ਸਾਹਿਬ, ਪੱਟੀ ਸ਼ਹਿਰ 'ਚ। ਇੱਥੇ ਦੁਸ਼ਾਲੇ ਲੈ ਕੇ ਆਉਂਦਿਆਂ ਭੱਠ ਦੇ ਵਿੱਚ ਵੜਨਾ ਪਿਆ ਸਿਪਾਹੀਆਂ ਤੋਂ ਆਪਣਾ ਆਪ ਬਚਾਉਣ ਲਈ। ਬਲਦਾ ਹੋਇਆ ਭੱਠ ਹੈ, ਉਸ ਬਲਦੇ ਹੋਏ ਭੱਠ ਵਿੱਚ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਿਮਰਦੇ ਨੇ ਬਾਬਾ ਬਿਧੀ ਚੰਦ ਸਾਹਿਬ, ਤਾਂ ਉਸ ਬਲਦੇ ਹੋਏ ਭੱਠ ਨੂੰ ਸ਼ੀਤਲ ਕਰਕੇ ਆਪਣੇ ਸੇਵਕ ਦੀ ਸਹਾਇਤਾ ਕਰਦੇ ਹਨ। ਜੇ ਕੌਡਾ ਰਾਖਸ਼ ਭਾਈ ਮਰਦਾਨੇ ਨੂੰ ਬਲਦੇ ਹੋਏ ਖੌਲਦੇ ਹੋਏ ਤੇਲ ਦੇ ਕੜਾਹੇ ਵਿੱਚ ਤਲਣ ਲੱਗਾ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਸਿਮਰਦੇ ਨੇ, ਸਤਿਗੁਰੂ ਜੀ ਉੱਥੇ ਹੀ ਪਹੁੰਚ ਕੇ ਆਪਣੇ ਸੇਵਕ ਭਾਈ ਮਰਦਾਨੇ ਦੀ ਸਹਾਇਤਾ ਕਰਦੇ ਹੈ। ਜਿੱਥੇ ਜਿੱਥੇ ਵੀ ਸਤਿਗੁਰਾਂ ਦੇ ਸੇਵਕਾਂ ਨੇ ਸਾਹਿਬ ਨੂੰ ਸਿਮਰਿਆ, ਸਾਹਿਬ ਜੀ ਉੱਥੇ ਹੀ ਹਾਜ਼ਰ ਹੋ ਗਏ। ਹੇ ਠਾਕੁਰ, ਮੈਂ ਤੈਨੂੰ ਜਿੱਥੇ ਸਿਮਰਦਾ ਹਾਂ ਤੂੰ ਤਾਂ ਹੀ, ਤੂੰ ਉੱਥੇ ਹੀ ਹਾਜ਼ਰ ਹੈ। ਉੱਥੇ ਹੀ ਜ਼ਰਰੇ ਜ਼ਰਰੇ ਵਿੱਚ ਕਣ ਕਣ ਵਿੱਚ ਵਿਆਪਕ ਹੋ ਕੇ ਸਹਾਇਤਾ ਕਰਦਾ। ਹੇ ਪ੍ਰਭੂ, ਤੂੰ ਐਸਾ ਦਿਆਲੂ ਹੈ। ਕਰ ਕਿਰਪਾ ਸਰਬ ਪ੍ਰਤਪਾਲਕ, ਪ੍ਰਭ ਕਉ ਸਦਾ ਸਲਾਹੀ। ਹੇ ਪ੍ਰਭੂ ਜੀ, ਸਾਡੇ ਤੇ ਕਿਰਪਾ ਕਰੋ, ਕਰ ਕਿਰਪਾ ਸਰਬ ਪ੍ਰਤਪਾਲਕ। ਹੇ ਸਾਰੇ ਜੀਵਾਂ ਨੂੰ ਪਾਲਣ ਵਾਲੇ, ਸਰਬੱਤਰ ਜੀਵਾਂ ਦੇ ਪਾਲਣ ਕਰਤਾ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਅਸੀਂ ਪ੍ਰਭੂ ਜੀ ਤੁਹਾਨੂੰ ਸਦਾ ਹੀ ਸਲਾਹੀਏ। ਪ੍ਰਭ ਕਉ ਸਦਾ ਸਲਾਹੀ, ਮਹਾਰਾਜ ਕਿਰਪਾ ਕਰੋ, ਤੁਹਾਨੂੰ ਸਦਾ ਹੀ ਸਲਾਹੁੰਦੇ ਰਹੀਏ, ਤੁਹਾਡੀਆਂ ਸਦਾ ਹੀ ਸਿਫਤਾਂ ਕਰਦੇ ਰਹੀਏ, ਤੁਹਾਡੀਆਂ ਸਦਾ ਹੀ ਵਡਿਆਈਆਂ ਕਰਦੇ ਰਹੀਏ, ਐਸੀ ਕਿਰਪਾ ਕਰੋ। ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ, ਤੁਮ ਹੀ ਕਉ ਪ੍ਰਭ ਆਹੀ। ਮੈਂ ਹਰ ਸਾਹ ਨਾਲ ਤੁਹਾਡੇ ਅੰਮ੍ਰਿਤ ਨਾਮ ਦੀ ਸੰਭਾਲਣਾ ਕਰਦਾ, ਸਾਸ ਸਾਸ ਤੇਰਾ ਨਾਮ ਸੰਭਾਰੋ, ਸਵਾਸ ਸਵਾਸ ਤੁਹਾਡਾ ਨਾਮ ਸੰਭਾਲਦਾ ਹਾਂ। ਤੁਮ ਹੀ ਕਉ ਪ੍ਰਭ ਆਹੀ, ਔਰ ਮਹਾਰਾਜ ਜੀ ਤੁਹਾਨੂੰ ਹੀ ਚਾਹੁੰਦਾ। ਹਰ ਵੇਲੇ ਤੁਹਾਡੀ ਕਾਂਖਾ, ਤੁਹਾਡੇ ਦਰਸ਼ਨਾਂ ਦੀ ਪਿਆਸ, ਉਹ ਮੇਰੇ ਹਿਰਦੇ ਵਿੱਚ ਬਣੀ ਹੋਈ ਹੈ। ਹਰ ਵਕਤ ਹਰ ਵੇਲੇ ਤੁਹਾਡੇ ਹੀ ਦਰਸ਼ਨਾਂ ਦੀ ਕਾਂਖਾ, ਤੁਹਾਡੇ ਹੀ ਦਰਸ਼ਨਾਂ ਦੀ ਪਿਆਸ, ਉਹ ਮੇਰੇ ਹਿਰਦੇ ਵਿੱਚ ਬਣੀ ਹੋਈ ਹੈ। ਨਾਨਕ ਟੇਕ ਪਈ ਕਰਤੇ ਕੀ, ਹੋਰ ਆਸ ਬਿਡਾਣੀ ਲਾਹੀ। ਹੇ ਕਰਤਾ ਪੁਰਖ, ਮੇਰੇ ਮਨ ਵਿੱਚ ਤੁਹਾਡੀ ਟੇਕ ਹੈ,
ਕਰਤਾ ਪੁਰਖ ਜੀ ਤੁਹਾਡੀ ਹੀ ਟੇਕ ਹੈ ਮੇਰੇ ਮਨ ਵਿੱਚ, ਤੁਹਾਡੇ ਤੋਂ ਇਲਾਵਾ ਹੋਰ ਮੈਂ ਬਾਕੀ ਸਾਰੀਆਂ ਆਸਾਂ ਆਪਣੇ ਹਿਰਦੇ ਚੋਂ ਲਾਹ ਦਿੱਤੀਆਂ। ਬਿਡਾਣੀ ਕਹਿੰਦੇ ਨੇ ਕਿਸੇ ਬਗਾਨੇ ਦੀ ਆਸ, ਬਗਾਨੇ ਦੀ ਆਸ, ਕੋਈ ਮਨ ਚ ਕਿਸੇ ਬਗਾਨੇ ਦੀ ਆਸ ਰਹੇ ਹੀ ਨਾ। ਜਾਂ ਇਸ ਤਰ੍ਹਾਂ ਕਹਿ ਲਈਏ, ਤੇਰੇ ਤੋਂ ਬਿਨਾਂ ਕੋਈ ਦੂਸਰਾ ਦਿਸੇ ਹੀ ਨਾ। ਮਥੁਰਾ ਬ੍ਰਿੰਦਾਵਨ ਦੇ ਰਹਿਣ ਵਾਲੇ ਇੱਕ ਹੋਏ ਆਨੰਦ ਗੋਸਵਾਮੀ। ਆਨੰਦ ਗੋਸਵਾਮੀ ਜੀ ਟੁਰੇ ਜਾਂਦੇ, ਕਹਿੰਦੇ ਵੀ ਪਿੱਛੇ ਹਟ ਜੋ, ਆਨੰਦ ਗੋਸਵਾਮੀ ਜੀ ਆ ਰਹੇ ਨੇ। ਅੱਗੇ ਇੱਕ ਹੋਰ ਫਕੀਰ ਖੜਾ, ਉਹ ਕਹਿੰਦਾ ਮੈਂ ਨਹੀਂ ਹਟਦਾ। ਜੇ ਉਹ ਆਨੰਦ ਗੋਸਵਾਮੀ ਤੇ ਉਹਨੂੰ ਕਹੋ ਮੈਂ ਫਨਨ ਗੋਸਵਾਮੀ। ਦੋਨਾਂ ਦਾ ਟਾਕਰਾ ਹੋ ਗਿਆ। ਉਹ ਕਹਿਣ ਲੱਗੇ ਵੀ ਆਨੰਦ ਗੋਸਵਾਮੀ ਦਾ ਸੁਣਿਆ ਸੀ, ਇਹ ਫਨਨ ਗੋਸਵਾਮੀ ਦਾ ਕੀ ਮਤਲਬ ਹੋਇਆ? ਉਹ ਕਹਿੰਦੇ ਪਹਿਲਾਂ ਤੂੰ ਦੱਸ ਆਨੰਦ ਦਾ ਕੀ ਅਰਥ ਕਰਦਾ? ਉਹ ਕਹਿੰਦਾ ਕਿ ਮੈਂ ਆਪਣੇ ਭਗਵਾਨ ਤੋਂ ਬਿਨਾਂ ਅੰਨ੍ਯ ਕਿਸੇ ਦੂਸਰੇ ਨੂੰ ਵੇਖਦਾ ਨਹੀਂ, ਕਿਸੇ ਦੂਸਰੇ ਨੂੰ ਜਾਣਦਾ ਹੀ ਨਹੀਂ। ਉਹ ਕਹਿਣ ਲੱਗੇ ਫਿਰ ਤੂੰ ਅਨੰਨ ਹੈ? ਅਸਲ ਵਿੱਚ ਮੈਂ ਅਨੰਨ ਹਾਂ, ਤੂੰ ਫਨਨ ਹੈ। ਕਿਉਂਕਿ ਤੂੰ ਤਾਂ ਆਪਣੇ ਭਗਵਾਨ ਤੋਂ ਬਿਨਾਂ ਕਿਸੇ ਦੂਸਰੇ ਨੂੰ ਸੀਸ ਨਹੀਂ ਝੁਕਾਉਂਦਾ, ਮੰਨਦਾ ਨਹੀਂ, ਪਰ ਮੈਂ ਆਪਣੇ ਭਗਵਾਨ ਤੋਂ ਬਿਨਾਂ ਕਿਸੇ ਦੂਸਰੇ ਵਿੱਚ ਕਿਸੇ ਦੂਸਰੇ ਨੂੰ ਵੇਖਦਾ ਹੀ ਨਹੀਂ। ਮੈਨੂੰ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ, ਸਭ ਵਿੱਚ ਮੇਰਾ ਹੀ ਭਗਵਾਨ, ਮੇਰਾ ਹੀ ਇਸ਼ਟ ਮੌਜੂਦ ਨਜ਼ਰ ਆਉਂਦਾ। ਇਸ ਕਰਕੇ ਅਨੰਨ ਮੈਂ ਹੋਇਆ, ਫਨਨ ਤੂੰ ਹੋਇਆ। ਵਿਡਾਣੀ ਆਸ ਦਾ ਮਤਲਬ ਕਿਸੇ ਦੂਸਰੇ ਦੀ ਆਸ ਤਾਂ ਕਰਾਂ ਜੇ ਕੋਈ ਦੂਸਰਾ ਹੋਵੇ। हे ਪ੍ਰਭੂ ਮੇਰੇ ਮਨ ਚ ਕੇਵਲ ਤੇਰੀ ਟੇਕ ਹੈ, ਤੇਰਾ ਆਸਰਾ ਹੈ, ਔਰ ਤੇਰੇ ਬਿਨਾ ਕੋਈ ਦੂਸਰਾ ਹੈ ਹੀ ਨਹੀਂ, ਤੂੰ ਹੀ ਤੂੰ ਹੈ, ਤੁਧ ਬਿਨ ਦੂਜਾ ਨਾਹੀ ਕੋਈ। ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 851 ਅੰਗ ਤੇ ਕਥਾ ਪਹੁੰਚੀ ਹੈ। 5 ਪੌੜੀਆਂ ਬਿਲਾਵਲ ਦੀ ਵਾਰ ਦੀਆਂ ਸੰਪੰਨ ਹੋਈਆਂ। 6ਵੀਂ ਪੌੜੀ ਔਰ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਐ, ਜੇ ਹਰ ਪ੍ਰਭ ਬਖਸ਼ ਕਰੇ। ਪਾਤਸ਼ਾਹ ਕਹਿੰਦੇ ਜਦੋਂ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਾਗਣ, ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਜਦੋਂ ਪੂਰੇ ਭਾਗ ਹੋਣ, ਸਵੱਲੇ ਕਰਮ ਹੋਣ, ਚੰਗੇ ਕਰਮ ਹੋਣ, ਤਾਂ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ ਹੈ। ਪੂਰਾ ਭਾਗ ਸਤਿਗੁਰ ਪਾਈ ਹੈ, ਪੂਰੇ ਭਾਗਾਂ ਕਰਕੇ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ। ਜੇ ਹਰ ਪ੍ਰਭ ਬਖਸ਼ ਕਰੇ, ਫਿਰ ਅੱਗੇ ਸਪਸ਼ਟ ਕਰਦੇ ਨੇ ਗੁਰੂ ਵੀ ਤਾਂ ਮਿਲਦਾ ਹੈ ਜੇ ਉਹ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਬਖਸ਼ਿਸ਼ ਕਰੇ। ਉਸ ਦੀ ਬਖਸ਼ਿਸ਼ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ ਉਹਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦਾ ਮੇਲ ਤਦੇ ਪ੍ਰਾਪਤ ਹੁੰਦਾ ਜਦੋਂ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਬਖਸ਼ਿਸ਼ ਕਰਦੇ ਹਨ। ਉਹ ਪਾਵਾ ਸਿਰ ਉਹ ਪਾਉ ਹੈ, ਨਾਉ ਪ੍ਰਾਪਤ ਹੋਏ। ਆ ਜਿਹੜੇ ਟੋਟਕੇ ਜੇ ਦੱਸਣ ਵਾਲੇ ਹੁੰਦੇ ਆ ਲੋਕ, ਜਿਹੜੇ ਆਪਣੇ ਆਪ ਨੂੰ ਵਾਸਤੂ ਸ਼ਾਸਤਰ ਜਾਂ ਜੋਤਸ਼ੀ ਦੇ ਮਾਹਰ, ਜੋਤਿਸ਼ ਦੇ ਮਾਹਰ ਕਹਿੰਦੇ ਆ, ਉਹ ਕਈ ਤਰ੍ਹਾਂ ਦੇ ਭਰਮ ਲੋਕਾਂ ਦੇ ਹਿਰਦਿਆਂ 'ਚ ਪਾਉਂਦੇ ਆ। ਕਈ ਤਰ੍ਹਾਂ ਦੇ ਸੰਦੇਹ, ਕਈ ਤਰ੍ਹਾਂ ਦੇ ਸੰਸ਼ੇ। ਤੁਸੀਂ ਪੌੜੀਆਂ ਦੇ ਥੱਲੇ
ਬਾਥਰੂਮ ਬਣਾਇਆ ਹੋਇਆ ਇਹ ਠੀਕ ਨਹੀਂ, ਵਾਸਤੂ ਸ਼ਾਸਤਰ ਗਲਤ ਹੈ, ਤਦੇ ਤੁਹਾਡੇ ਘਰ ਵਿੱਚ ਇਹ ਚੀਜ਼ ਨਹੀਂ। ਔਰ ਮੈਂ ਇਹੋ ਜਿਹੇ ਲੋਕ ਵੀ ਵੇਖੇ ਸੁਣੇ ਐ ਕਿ ਜਿਹੜੇ ਵਾਸਤੂ ਸ਼ਾਸਤਰ ਦੇ ਭੁਲੇਖਿਆਂ 'ਚ ਪਾਣ ਵਾਲੇ ਲੋਕਾਂ ਦੇ ਭਲੇਵੇਂ 'ਚ ਪੈ ਕੇ ਆਪਣੇ ਘਰ ਲੱਖਾਂ ਰੁਪਏ ਦੀਆਂ ਬਣੀਆਂ ਚੀਜ਼ਾਂ ਤੋੜ ਕੇ ਦੁਬਾਰਾ ਬਣਾਉਂਦੇ ਉਹਨਾਂ ਦੇ ਕਹਿਣ ਮੁਤਾਬਕ। ਇੱਥੇ ਆ ਠੀਕ ਨਹੀਂ, ਇੱਥੇ ਆ ਠੀਕ ਨਹੀਂ, ਇਹਦਾ ਇਹ ਉਪਾਅ ਕਰੋ, ਇਹਦਾ ਇਹ ਉਪਾਅ ਕਰੋ, ਇੱਥੇ ਆ ਚੀਜ਼ ਕਰ ਦਿਓ, ਏਦਾਂ ਹੋ ਜਾਏਗਾ, ਆ ਹੋ ਜਾਏਗਾ। ਉਹ ਬੜੇ ਬੜੇ ਪਖੰਡੀਆਂ ਵਾਲੇ ਉਪਾਅ ਦੱਸਦੇ ਐ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਉਪਾਅ ਦੱਸਦੇ। ਗੁਰੂ ਅਮਰਦਾਸ ਸਾਹਿਬ ਵੀ ਉਪਾਅ ਦੱਸਦੇ। ਮਹਾਰਾਜ ਕਹਿੰਦੇ ਦੁਨੀਆ ਦੇ ਜਿਤਨੇ ਉਪਾਅ ਨੇ ਉਹਨਾਂ ਸਾਰਿਆਂ ਉਪਾਵਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਉਪਾਅ ਇਹ ਹੈ ਕਿ ਤੁਹਾਨੂੰ ਕਿਸੇ ਤਰੀਕੇ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋ ਜਾਏ। ਜਦੋਂ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਵੇਗਾ ਤੇ ਸਾਰੀਆਂ ਬਰਕਤਾਂ ਸਿੱਧ ਹੋ ਜਾਣਗੀਆਂ। ਜਿੱਥੇ ਹਰੀ ਨਾਮ ਹੈ ਉੱਥੇ ਸਾਰੀਆਂ ਹੀ ਬਰਕਤਾਂ ਨੇ, ਉੱਥੇ ਸਾਰੀਆਂ ਹੀ ਰਿੱਧੀਆਂ ਸਿੱਧੀਆਂ ਨੇ। ਇਸ ਕਰਕੇ ਜੇ ਕੋਈ ਉਪਾਅ ਕਰਨਾ ਤੇ ਐਸਾ ਉਪਾਅ ਕਰੋ, ਇਹਨਾਂ ਪਖੰਡੀਆਂ ਦੇ ਉਲਝੇਵਿਆਂ 'ਚ ਉਲਝ ਕੇ ਵੀ ਤੁਸੀਂ ਲਾਲ ਰੰਗ ਦਾ ਕੱਪੜਾ ਬੰਨ੍ਹ ਲਓ, ਕਾਲੇ ਰੰਗ ਦਾ ਕੱਪੜਾ ਸ਼ਨੀਵਾਰ ਨਾ ਪਾਇਓ, ਤੇ ਉਹ ਕਈ ਤਰ੍ਹਾਂ ਦੇ ਉਪਾਅ ਦੱਸਦੇ। ਪਾਤਸ਼ਾਹ ਕਹਿੰਦੇ ਜੇ ਤੂੰ ਇਹੋ ਜਿਹਾ ਉਪਾਅ ਕਰ ਲਵੇਂ ਜਿਹੜਾ ਅਸੀਂ ਇੱਥੇ ਦੱਸ ਰਹੇ ਹਾਂ ਕਿ ਜਿਸ ਉਪਾਅ ਨਾਲ ਤੈਨੂੰ ਨਾਮ ਦੀ ਪ੍ਰਾਪਤੀ ਹੋ ਜਾਏ, ਜਦੋਂ ਨਾਮ ਪ੍ਰਾਪਤ ਹੋਵੇਗਾ ਉਦੋਂ ਲੋਕ ਤੇ ਪਰਲੋਕ ਦੋਵੇਂ ਹੀ ਸੁਖੀ ਹੋ ਜਾਣਗੇ। ਹਾਂਜੀ। ਅੰਦਰ ਸੀਤਲ ਸ਼ਾਂਤ ਹੈ, ਹਿਰਦੈ ਸਦਾ ਸੁਖ ਹੋਏ। ਜੇ ਤੈਨੂੰ ਨਾਮ ਦੀ ਪ੍ਰਾਪਤੀ ਹੋ ਜਾਏ ਉਹਦੀ ਸਭ ਤੋਂ ਪਹਿਲੀ ਬਰਕਤ ਇਹ ਹੈ ਕਿ ਤੇਰਾ ਹਿਰਦਾ ਅੰਦਰ ਸ਼ਾਂਤ ਹੋਵੇਗਾ। ਹੁਣ ਇਹ ਸ਼ਾਂਤੀ ਤੂੰ ਦੁਨੀਆ ਦੀ ਕਿਸੇ ਵਸਤੂ 'ਚੋਂ ਨਹੀਂ ਲੱਭ ਸਕਦਾ। ਨਾਮ ਦੀ ਬਰਕਤ ਇਹ ਹੈ ਕਿ ਨਾਮ ਦੀ ਕਮਾਈ ਕਰਦਿਆਂ ਪਹਿਲਾਂ ਤੇਰਾ ਅੰਦਰ ਤੇਰਾ ਹਿਰਦਾ ਸ਼ਾਂਤ ਹੋਵੇਗਾ। ਔਰ ਪਾਤਸ਼ਾਹ ਕਹਿੰਦੇ ਜਦੋਂ ਅੰਦਰ ਸ਼ੀਤਲ ਤੇ ਸ਼ਾਂਤੀ ਆਵੇਗੀ, ਹਿਰਦਾ ਸਦਾ ਸੁਖ ਹੋਏ, ਫਿਰ ਤੇਰੇ ਹਿਰਦੇ ਨੂੰ ਸਦਾ ਵਾਸਤੇ ਸੁਖ ਦੀ ਪ੍ਰਾਪਤੀ ਹੋਵੇਗੀ। ਅੰਮ੍ਰਿਤ ਖਾਣਾ ਪਹਿਨਣਾ, ਨਾਨਕ ਨਾਏ ਵਡਿਆਈ ਹੋਏ। ਪਾਤਸ਼ਾਹ ਕਹਿੰਦੇ ਫਿਰ ਉਹਦਾ ਖਾਣਾ ਵੀ ਨਾਮ ਅੰਮ੍ਰਿਤ ਹੈ, ਉਹਦਾ ਪਹਿਨਣਾ ਵੀ ਨਾਮ ਅੰਮ੍ਰਿਤ ਹੈ, ਯਾਨੀ ਕਿ ਉਹ ਕੰਨਾਂ ਨਾਲ ਵੀ ਨਾਮ ਨੂੰ ਸੁਣਦਾ ਹੈ। ਪਹਿਨਣ ਦਾ ਮਤਲਬ ਹੁੰਦਾ ਕੰਨਾਂ ਦੁਆਰਾ ਸੁਣਨਾ, ਖਾਣੇ ਦਾ ਮਤਲਬ ਹੁੰਦਾ ਰਸਨਾ ਦੁਆਰਾ ਜਪਣਾ। ਰਸਨਾ ਦੁਆਰਾ ਜਪਣਾ ਤੇ ਕੰਨਾਂ ਦੁਆਰਾ ਸੁਣਨ ਨੂੰ ਕਹਿੰਦੇ ਆ ਅੰਮ੍ਰਿਤ ਨੂੰ ਖਾਣਾ ਤੇ ਅੰਮ੍ਰਿਤ ਨੂੰ ਪਹਿਨਣਾ। ਨਾਨਕ ਨਾਏ ਵਡਿਆਈ ਹੋਏ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਐਸੀਆਂ ਬਰਕਤਾਂ ਦਾ ਦਾਤਾ ਹੈ ਜਿਹਦੇ ਨਾਲ ਤੇਰੀ ਦੋਹਾਂ ਜਹਾਨਾਂ ਵਿੱਚ ਵਡਿਆਈ ਹੋਵੇਗੀ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਮਹੱਲਾ ਤੀਜਾ। ਏ ਮਨ ਗੁਰ ਕੀ ਸਿੱਖ ਸੁਣਾ, ਪਾਏ ਗੁਣੀ ਨਿਧਾਨ। ਏ ਮੇਰਿਆ ਮਨਾ ਹਾਲੇ ਵੀ ਵੇਲਾ, ਡੁੱਲੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ, ਗੁਰੂ ਕੀ ਸਿੱਖਿਆ ਨੂੰ ਸੁਣ। ਗੁਰੂ ਕੀ ਸਿੱਖਿਆ ਸੁਣ ਹੈ ਮੇਰਿਆ ਮਨਾ, ਗੁਰੂ ਕੀ ਮਤ ਲੈ। ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ। ਗੁਰੂ ਦੀ ਮਤ ਲੈ, ਗੁਰੂ ਕੀ ਸਿੱਖਿਆ। ਜੇ ਤੂੰ ਗੁਰੂ ਦੀ ਸਿੱਖਿਆ ਲਵੇਂਗਾ ਤਾਂ ਤੈਨੂੰ ਗੁਣਾਂ ਦਾ ਖਜ਼ਾਨਾ ਪ੍ਰਾਪਤ ਹੋਵੇਗਾ। ਪਾਹੇ ਗੁਣੀ ਨਿਧਾਨ, ਤੂੰ ਗੁਣਾਂ ਦੇ ਖਜ਼ਾਨੇ ਦੀ ਪ੍ਰਾਪਤੀ ਕਰੇਗਾ, ਤੈਨੂੰ ਗੁਣਾਂ ਦਾ ਖਜ਼ਾਨਾ ਹਾਸਲ ਹੋਵੇਗਾ ਜੇ ਤੂੰ ਮੇਰਿਆ ਮਨਾ ਗੁਰੂ ਕੀ ਸਿੱਖਿਆ ਨੂੰ ਸੁਣੇ। ਸੁਖ ਦਾਤਾ ਤੇਰਾ ਮਨ ਵਸੈ, ਹਉ ਮੈਂ ਜਾਏ ਅਭਿਮਾਨ। ਸੁੱਖਾਂ ਦਾ ਦਾਤਾ ਤੇਰੇ ਮਨ 'ਚ ਵਸੇਗਾ। ਜੇ ਤੂੰ ਗੁਰੂ ਦੀ ਸਿੱਖਿਆ ਸੁਣੇਗਾ ਤਾਂ ਸੁੱਖਾਂ ਦਾ ਦਾਤਾ ਤੇਰੇ ਮਨ 'ਚ ਵਸੇਗਾ ਔਰ ਤੇਰੇ ਹਿਰਦੇ 'ਚੋਂ ਹਉਮੈ ਤੇ ਅਭਿਮਾਨ ਚਲਾ ਜਾਏਗਾ।
ਹੰਕਾਰ ਤੇ ਅਭਿਮਾਨ ਦੀ ਨਿਰਵਿਰਤੀ ਹੋ ਜਾਏਗੀ। ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਕਿ ਪਾਰ ਬ੍ਰਹਮ ਪਰਮੇਸ਼ਰ ਦੀ ਨਜ਼ਰ ਦੁਆਰਾ, ਅਕਾਲ ਪੁਰਖ ਦੀ ਦਇਆ ਦ੍ਰਿਸ਼ਟੀ ਦੁਆਰਾ ਤੈਨੂੰ ਅੰਮ੍ਰਿਤ ਗੁਣਾਂ ਦਾ ਖਜ਼ਾਨਾ ਪ੍ਰਾਪਤ ਹੋਵੇਗਾ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਉਚਾਰਦੇ ਹਨ। ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ, ਤਿਤਨੇ ਸਭ ਹਰ ਕੇ ਕੀਏ। ਖਾਲਸਾ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਪੌੜੀ ਉਚਾਰਦੇ ਨੇ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਦੀ ਇੱਕ ਵਿਸ਼ੇਸ਼ਤਾ ਕਈ ਥਾਵਾਂ ਤੇ ਇਹ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਹੜੀਆਂ ਪੰਕਤੀਆਂ ਉਚਾਰਦੇ ਹਨ ਉਹ ਬੜੀਆਂ ਲੰਮੇਰੀਆਂ ਹੁੰਦੀਆਂ ਬਹੁਤ ਸ਼ਬਦਾਂ ਵਿੱਚ। ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਦੀ ਇਹ ਵਿਸ਼ੇਸ਼ਤਾ ਹੈ। ਸਾਰੀ ਬਾਣੀ ਇੱਕੋ ਰੂਪ ਹੈ, ਪਰ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਵਿੱਚ ਸੇਵਾ ਦਾ ਸੰਕਲਪ ਆਉਂਦਾ, ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ 'ਚ ਪ੍ਰੇਮ ਹੈ। ਫਿਰ ਤੁਕਾਂਤ ਮਹਾਰਾਜ ਜੀ ਦੀ ਬਾਣੀ ਦਾ ਰਲਦਾ ਹੈ। ਫਿਰ ਪੰਕਤੀਆਂ ਬੜੀਆਂ ਲੰਮੇਰੀਆਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਉਚਾਰਦੇ ਨੇ। ਪੌੜੀ ਵਿੱਚ ਜਿਹੜੀਆਂ ਪੰਕਤੀਆਂ ਆ ਰਹੀਆਂ ਨੇ ਉਹ ਬੜੀਆਂ ਆਮ ਪੰਕਤੀਆਂ ਜਿੰਨੀਆਂ ਹੁੰਦੀਆਂ ਨੇ, ਉਹ 3 ਪੰਕਤੀਆਂ ਹੋਣ ਤਾਂ ਗੁਰੂ ਰਾਮਦਾਸ ਸਾਹਿਬ ਦੀ ਇੱਕ ਪੰਕਤੀ ਚੱਲ ਰਹੀ ਹੈ। ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ। ਇੱਥੇ ਵਿਸ਼ਰਾਮ ਲੱਗੇਗਾ ਕਿ ਜਿਤਨੇ ਵੀ ਪਾਤਸ਼ਾਹ ਹਨ, ਫਿਰ ਸ਼ਾਹੂਕਾਰ ਹਨ, ਰਾਜੇ ਹਨ, ਵੱਡੇ ਵੱਡੇ ਖਾਨਜ਼ਾਦੇ ਹਨ, ਉਮਰਾਵ ਬੜੇ ਬੜੇ ਵੱਡੇ ਅਫਸਰ ਹਨ, ਸਿਕਦਾਰ ਆਪਣੇ ਆਪ ਨੂੰ ਕਹਾਉਣ ਵਾਲੇ ਕਿ ਅਸੀਂ ਸਰਦਾਰ ਹਾਂ ਫਲਾਣੇ ਇਲਾਕੇ ਦੇ ਫਲਾਣੇ ਕਸਬੇ ਦੇ, ਜਿਤਨੇ ਵੀ ਹਨ ਤਿਤਨੇ ਸਭ ਹਰ ਕੇ ਕੀਏ। ਜਿੰਨੇ ਵੀ ਹਨ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਜਿਤਨੇ ਨੇ ਮਹਾਰਾਜ ਜੀ ਕਹਿੰਦੇ ਸਾਰੇ ਹੀ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਕੀਤੇ ਹੋਏ ਨੇ, ਨਿਰੰਕਾਰ ਦੇ ਕੀਤੇ ਹੋਏ ਨੇ। ਕੋਈ ਆਪੇ ਰਾਜਾ ਨਹੀਂ ਬਣ ਗਿਆ, ਕੋਈ ਆਪੇ ਪਾਤਸ਼ਾਹ ਨਹੀਂ ਬਣ ਗਿਆ, ਕੋਈ ਆਪੇ ਸ਼ਾਹ ਨਹੀਂ ਬਣ ਗਿਆ, ਕੋਈ ਆਪੇ ਉਮਰਾਵ ਨਹੀਂ ਬਣ ਗਿਆ, ਕੋਈ ਆਪੇ ਸਿਕਦਾਰ ਨਹੀਂ ਬਣ ਗਿਆ, ਕੋਈ ਆਪੇ ਚੌਧਰੀ ਨਹੀਂ ਹੋ ਗਿਆ। ਇਹ ਜਿੰਨੇ ਵੀ ਹੋਏ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਕੀਤੇ ਹੋਏ, ਜਿਨ੍ਹਾਂ ਨੂੰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਪਾਤਸ਼ਾਹ ਬਣਾਇਆ ਉਹ ਬਣ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਖੇਤ ਵਿੱਚ ਬੈਠੇ ਨੇ, ਚਣਿਆਂ ਦਾ ਖੇਤ ਹੈ। ਇੱਕ ਬਾਲਕ ਹੈ 12-13 ਸਾਲ ਦਾ। ਵੇਖਿਆ 3 ਫਕੀਰ ਮੇਰੇ ਖੇਤ 'ਚ ਆਏ ਬੈਠੇ ਨੇ, ਇਹਨਾਂ ਦੀ ਕੁਝ ਸੇਵਾ ਕਰਾਂ। ਉਹਨੇ ਖੇਤ ਵਿੱਚੋਂ ਹਰੇ ਛੋਲੇ ਸਾਨੂੰ ਪੁੱਟੇ ਤੇ ਅੱਗ ਦੇ ਵਿੱਚ ਭੁੰਨ ਕੇ ਉਹਦੀਆਂ ਹੌਲਾਂ ਤਿਆਰ ਕਰਕੇ ਸਤਿਗੁਰਾਂ ਦੇ ਅੱਗੇ ਰੱਖੀਆਂ। ਲਓ ਮਹਾਰਾਜ ਛਕੋ। ਭਾਈ ਮਰਦਾਨੇ ਨੇ ਛਕ ਲਈਆਂ। ਉਹ ਬਾਲਕ ਸੋਚਦਾ ਹੈ ਵੀ ਫਕੀਰ ਨੇ ਖਬਰੇ ਕਿੱਥੋਂ ਆਏ ਨੇ, ਭੁੱਖੇ ਹੋਣਗੇ, ਮੈਂ ਘਰ ਜਾ ਕੇ ਭੋਜਨ ਲਿਆਵਾਂ ਤੇ ਇਹਨਾਂ ਨੂੰ ਪ੍ਰਸ਼ਾਦਾ ਛਕਾਵਾਂ। ਉੱਠ ਕੇ ਜਾਣ ਲੱਗਾ, ਉੱਠਿਆ ਹੀ ਸੀ ਤੇ ਪਾਤਸ਼ਾਹ ਕਹਿੰਦੇ ਬਾਲਕ ਕਿੱਥੇ ਜਾ ਰਿਹਾ? ਕਹਿੰਦਾ ਜੀ ਘਰ ਚੱਲਿਆ, ਤੁਹਾਡੇ ਲਈ ਪ੍ਰਸ਼ਾਦਾ ਲੈ ਆਵਾਂ, ਤੁਸੀਂ ਛਕ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ 70 ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ। ਗੁਰੂ ਬਾਬਾ ਜੀ ਬੋਲੇ 70 ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ, ਆਓ ਬਹੁ ਸੁਲਤਾਨ। ਆ ਜਿਹੜਾ ਪੁੰਜੇ ਬੈਠੇ ਆ ਇਹੀ ਤੇਰੇ ਪ੍ਰੇਮ ਵਿੱਚ ਬੈਠੇ ਸਾਡੇ ਲਈ ਲੇਫ ਹੈ, ਇਹੀ ਸਾਡੇ ਲਈ ਤਲਾਈ ਹੈ।
ਔਰ ਤੇਰਾ ਪ੍ਰੇਮ ਹੀ ਸਾਡੇ ਲਈ ਪਕਵਾਨ ਹੈ। ਆ ਬਹਿ ਜਾ ਸੁਲਤਾਨ। ਹੁਣ ਉਹ ਬਾਲਕ ਖੇਤ ਦਾ ਮਾਲਕ ਵੀ ਨਹੀਂ ਸੀ, ਰਖਵਾਲਾ ਸੀ। ਸਤਿਗੁਰੂ ਜੀ ਉਹਨੂੰ ਕਹਿੰਦੇ ਆ ਬਹਿ ਜਾ ਸੁਲਤਾਨ। ਜਿਹੜੇ ਨਗਰ 'ਚ ਰਹਿੰਦਾ ਸੀ ਉਸੇ ਨਗਰ ਦਾ ਰਾਜਾ ਉਸ ਦਿਨ ਚਲਾਣੇ ਕਰ ਗਿਆ। ਉਹਦੇ ਘਰ ਸੰਤਾਨ ਨਹੀਂ ਸੀ, ਪਰਿਵਾਰ ਵਿੱਚੋਂ ਵੀ ਕੋਈ ਨਹੀਂ ਸੀ ਜਿਹਨੂੰ ਰਾਜਾ ਬਣਾਉਂਦੇ। ਨਗਰ ਨਿਵਾਸੀ ਧਰਮੀ ਸਨ। ਕਹਿੰਦੇ ਕਿਵੇਂ ਕਰੀਏ? ਕਹਿੰਦੇ ਇਦਾਂ ਕਰੋ, 3 ਦਰਵਾਜ਼ੇ ਨਗਰ ਦੇ ਬੰਦ ਕਰ ਦਿਓ, ਰਾਤ ਨੂੰ ਇੱਕ ਦਰਵਾਜ਼ਾ ਖੁੱਲਾ ਰਹਿਣ ਦਿਓ। ਜਿਹੜਾ ਸਵੇਰੇ ਸਭ ਤੋਂ ਪਹਿਲਾਂ ਦਰਵਾਜ਼ੇ 'ਚੋਂ ਅੰਦਰ ਆਵੇਗਾ ਉਹਨੂੰ ਆਪਣਾ ਰਾਜਾ, ਬਾਦਸ਼ਾਹ, ਸੁਲਤਾਨ ਬਣਾ ਲਵਾਂਗੇ। ਉਹ ਜਿਹੜਾ ਬਾਲਕ ਸੀ, ਰਾਤ ਉਸ ਦਿਨ ਉਹਦੀ ਇਹੋ ਜੀ ਲਟਕ ਲੱਗੀ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹ ਖੇਤ 'ਚ ਹੀ ਰਿਹਾ। ਅਗਲੇ ਦਿਨ ਸਵੇਰੇ ਸਭ ਤੋਂ ਪਹਿਲਾਂ ਉਹੀ ਬਾਲਕ ਉਸ ਨਗਰ 'ਚ ਪ੍ਰਵੇਸ਼ ਕੀਤਾ। ਨਗਰ ਨਿਵਾਸੀਆਂ ਨੇ ਹੱਥਾਂ ਤੇ ਚੁੱਕ ਕੇ ਇਸ਼ਨਾਨ ਕਰਵਾ ਕੇ, ਸੋਹਣੇ ਬਸਤਰ ਪਵਾ ਕੇ ਤੇ ਤਖਤ ਦੇ ਉੱਤੇ ਬਿਠਾ ਕੇ ਸੁਲਤਾਨ ਬਣਾ ਲਿਆ। ਹੁਣ ਉਹ ਸੁਲਤਾਨ ਕਿਵੇਂ ਹੋਇਆ? ਗੁਰੂ ਨਾਨਕ ਸਾਹਿਬ ਦਾ ਕੀਤਾ ਹੋਇਆ ਸੁਲਤਾਨ ਹੋਇਆ। ਇਹ ਜਿੰਨੇ ਸੁਲਤਾਨ, ਰਾਜੇ, ਪਾਤਸ਼ਾਹ, ਸ਼ਾਹ, ਉਮਰਾਵ ਭੁੱਲ ਜਾਂਦੇ ਨੇ ਕਿ ਇਹ ਉਮਰਾਵੀ, ਇਹ ਪਾਤਸ਼ਾਹੀ, ਇਹ ਸਿਕਦਾਰੀ ਸਾਨੂੰ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਦਿੱਤੀ ਹੋਈ ਹੈ। ਗੁਰੂ ਰਾਮਦਾਸ ਸਾਹਿਬ ਜੀ ਚੇਤੇ ਕਰਾਉਂਦੇ ਆ। ਅਕਸਰ ਭੁੱਲ ਜਾਂਦੇ ਆ ਨਾ, ਜਦੋਂ ਕੋਈ ਪਾਤਸ਼ਾਹ ਹੋ ਜਾਏ, ਜਦੋਂ ਕੋਈ ਸਿਕਦਾਰ ਹੋ ਜਾਏ, ਜਦੋਂ ਕੋਈ ਰਾਜਾ ਹੋ ਜਾਏ, ਫਿਰ ਉਹ ਭੁੱਲ ਜਾਂਦਾ ਕਿ ਮੈਂ ਰਾਜਾ ਕਿਵੇਂ ਹੋਇਆ। ਉਹ ਸੋਚਦਾ ਇਹ ਮੇਰੀ ਖੂਬੀ ਸੀ, ਮੇਰੀ ਖਾਸੀਅਤ ਸੀ, ਲੋਕਾਂ ਨੂੰ ਮੈਂ ਖਰੀਦਿਆ ਸੀ। ਉਹ ਇਹ ਸਮਝ ਲੈਂਦਾ ਕਿ ਇਹ ਪਾਤਸ਼ਾਹੀ ਮੈਂ ਆਪਣੀ ਬਦੌਲਤ ਲਈ ਹੈ। ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨੂੰ ਸਿਖਾਉਂਦੇ ਹੈ ਕਿ ਸੱਜਣੋ, ਇਹ ਪਾਤਸ਼ਾਹੀਆਂ, ਇਹ ਰਾਜਪੁਣਾ, ਇਹ ਉਮਰਾਵਪੁਣਾ ਸਭ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਦਿੱਤਾ ਹੋਇਆ ਤੁਹਾਨੂੰ ਪ੍ਰਾਪਤ ਹੋਇਆ। ਇਸ ਕਰਕੇ ਰੱਬ ਦੇ ਨਾਮ ਨੂੰ ਸਿਮਰਦਿਆਂ ਹੋਇਆਂ ਸੰਸਾਰ ਦੇ ਜੀਵਾਂ ਦਾ ਭਲਾ ਕਰੋ। ਸੰਸਾਰ ਦੇ ਸਮਸਤ ਜੀਵਾਂ ਨੂੰ ਰੱਬ ਦੇ ਬੰਦੇ ਜਾਣ ਕੇ ਉਹਨਾਂ ਦੀ ਸੇਵਾ ਤੇ ਟਹਿਲ ਕਰੋ। ਹਾਂਜੀ। ਜੋ ਕਿਛ ਹਰ ਕਰਾਵੈ ਸੋ ਓਏ ਕਰੈ, ਸਭ ਹਰ ਕੇ ਅਰਥੀਏ। ਪਾਤਸ਼ਾਹ ਕਹਿੰਦੇ ਜੋ ਕੁਝ ਹਰੀ ਅਕਾਲ ਪੁਰਖ ਵਾਹਿਗੁਰੂ ਕਰਾਉਂਦਾ ਹੈ ਇਹਨਾਂ ਕੋਲੋਂ, ਇਹ ਉਹੀ ਕਰਦੇ ਨੇ। ਜੋ ਕਿਛ ਹਰ ਕਰਾਵੈ ਸੋ ਓਏ ਕਰਹਿ, ਸਭ ਹਰ ਕੇ ਅਰਥੀਏ। ਸਭ ਉਸ ਵਾਹਿਗੁਰੂ ਦੇ ਦਾਤੇ ਦੇ ਮੰਗਤੇ ਨੇ, ਲੋੜਵੰਦ ਨੇ। ਅਰਥੀਏ ਦਾ ਮਤਲਬ ਹੁੰਦਾ ਲੋੜਵੰਦ, ਮੰਗਤੇ। ਸਭ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਮੰਗਤੇ ਨੇ। ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੇ ਜੋ ਇਹਨਾਂ ਕੋਲੋਂ ਕਰਾਉਣਾ ਇਹ ਜੀਵ ਕਰ ਰਹੇ ਨੇ। ਸਭ ਉਸੇ ਦੇ ਚਰਨਾਂ ਚੋਂ ਮੰਗਦੇ ਨੇ, ਉਸੇ ਦੇ ਸਭ ਚਰਨਾਂ ਦੇ ਵਿੱਚੋਂ ਲੋੜ ਦੀ ਇੱਛਾ ਰੱਖ ਕੇ ਦਾਤਾਂ ਪ੍ਰਾਪਤ ਕਰਦੇ ਹਨ। ਸੋ ਐਸਾ ਹਰ ਸਭਨਾ ਕਾ ਪ੍ਰਭ, ਸਤਿਗੁਰ ਕੈ ਬਲ ਹੈ। ਤਿਨ ਸਭ ਵਰਨ ਚਾਰੇ ਖਾਣੀ, ਸਭ ਸ੍ਰਿਸ਼ਟ ਗੋਲੇ ਕਰ। ਸਤਿਗੁਰ ਅੱਗੇ ਕਾਰ ਕਮਾਵਨ ਕਉ ਦੀਏ। ਹੁਣ ਪਾਤਸ਼ਾਹ ਫਰਮਾਉਂਦੇ, ਕਿੰਨੀ ਵਿਸਥਾਰ ਵਾਲੀ ਪੰਕਤੀ ਹੈ। ਸੋ ਐਸਾ ਹਰ ਸਭਨਾ ਕਾ ਪ੍ਰਭ, ਸਤਿਗੁਰ ਕੈ ਬਲ ਹੈ। ਸੋ ਹਰੀ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਦਾ ਪ੍ਰਭੂ ਹੈ, ਉਹ ਗੁਰੂ ਵੱਲ ਹੈ। ਉਹ ਗੁਰੂ ਵੱਲ ਹੈ, ਯਾਨੀ ਕਿ ਗੁਰੂ ਦੇ ਵਿੱਚ ਵਸਦਾ। ਉਹ ਹਰੀ ਅਕਾਲ ਪੁਰਖ ਪਰਮੇਸ਼ਰ, ਉਹ ਗੁਰੂ ਦਾ ਪੱਖ ਕਰਦਾ, ਗੁਰੂ ਦੇ ਵੱਲ ਹੈ। ਤਿੰਨ ਸਭ ਵਰਨ ਚਾਰੇ ਖਾਣੀ, ਸਭ ਸ੍ਰਿਸ਼ਟ ਗੋਲੇ ਕਰ। ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀਏ। ਕਹਿੰਦੇ ਤਿਸ ਵਾਹਿਗੁਰੂ ਪਰਮੇਸ਼ਰ ਨੇ ਚਾਰੇ ਵਰਨ, ਚਾਰੇ ਖਾਣੀਆਂ, ਇਹ ਸਾਰੀ ਸ੍ਰਿਸ਼ਟੀ ਗੁਲਾਮ ਬਣਾ ਕੇ, ਗੋਲੇ ਦਾ ਮਤਲਬ ਹੁੰਦਾ ਗੋਲੇ, ਗੁਲਾਮ ਬਣਾ ਕੇ ਇਹਨਾਂ ਸਾਰਿਆਂ ਨੂੰ ਸਤਿਗੁਰਾਂ ਦੇ ਅੱਗੇ ਵਸ ਕਰ ਦਿੱਤਾ ਹੈ। ਔਰ ਸਾਰੇ ਗੁਰੂ ਸਾਹਿਬ ਜੀ ਦੀ ਆਗਿਆ ਦੇ ਵਿੱਚ ਕਾਰ ਕਮਾਉਂਦੇ ਹਨ। ਚਾਰੇ ਖਾਣੀਆਂ, ਚਾਰੇ ਵਰਨ,
ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ, ਪਵਨ, ਵਾਯੂ, ਜਲ, ਅਗਨੀ, ਸਭ ਕੁਝ ਅਕਾਲ ਪੁਰਖ ਨੇ ਗੁਰੂ ਅੱਗੇ ਗੋਲੇ ਬਣਾ ਕੇ ਭੇਜ ਦਿੱਤੇ ਨੇ, ਔਰ ਇਹ ਗੋਲੇ ਬਣ ਕੇ ਗੁਰੂ ਦੀ ਦੱਸੀ ਹੋਈ ਕਾਰ ਕਮਾਉਂਦੇ ਐ। ਜਿਵੇਂ ਗੁਰੂ ਇਹਨਾਂ ਕੋਲੋਂ ਕਰਾਉਂਦਾ ਹੈ, ਇਹ ਤਿਵੇਂ ਕਰਦੇ ਐ। ਕਾਰ ਕਮਾਵਣ ਕੋ ਦੀਏ, ਸਾਰੇ ਗੁਰੂ ਸਾਹਿਬ ਦੀ ਕਾਰ ਕਮਾਵਣ ਨੂੰ ਦੇ ਦਿੱਤੇ ਹੈ ਪਰਮੇਸ਼ਰ ਨੇ, ਕਿਉਂਕਿ ਪਰਮੇਸ਼ਰ ਆਪਣੇ ਸਤਿਗੁਰਾਂ ਵੱਲ ਹੈ, ਗੁਰੂ ਵੱਲ ਹੈ। ਔਰ ਇਹ ਜਿੰਨੀਆਂ ਸ਼ਕਤੀਆਂ ਨੇ, ਇਹ ਜਿਤਨਾ ਵੀ ਪਸਾਰਾ ਹੈ, ਇਹ ਸਭ ਗੁਰੂ ਦੀ ਆਗਿਆ ਵਿੱਚ ਕਰ ਦਿੱਤਾ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ में चलत है। ਇਹ ਸਭ ਤੇਰੀ ਆਗਿਆ ਵਿੱਚ ਨੇ, हे ਸਤਿਗੁਰੂ, ਇਹ ਸਭ ਤੇਰੇ ਹੁਕਮ ਵਿੱਚ ਨੇ, ਤੇਰੀ ਆਗਿਆ ਵਿੱਚ ਚੱਲਦੇ ਹਨ। ਹਰ ਸੇਵੇ ਕੀ ਐਸੀ ਵਡਿਆਈ, ਦੇਖੋ ਹਰ ਸੰਤੋ ਜਿਨ ਵਿੱਚ ਹੋ ਕਾਇਆ ਨਗਰੀ, ਦੁਸ਼ਮਨ ਦੂਤ ਸਭ ਮਾਰ ਕੱਢੀਏ। ਕਹਿੰਦੇ ਹਰੀ ਦੀ ਸੇਵਾ ਕਰਨ ਦੀ ਐਸੀ ਵੱਡੀ ਵਡਿਆਈ ਹੈ। हे ਸੰਤ ਜਨੋ, ਵੇਖੋ ਹਰੀ ਦੀ ਸੇਵਾ ਦੀ ਵੱਡੀ ਵਡਿਆਈ ਕਿੱਡੀ ਵੱਡੀ ਹੈ। हे ਸੰਤ ਜਨੋ, ਵੇਖੋ ਹਰੀ ਦੀ ਵਡਿਆਈ ਕੈਸੀ ਵੱਡੀ ਹੈ ਕਿ ਜਿਨ੍ਹਾਂ ਨੇ ਹਰੀ ਦੀ ਸੇਵਾ ਕੀਤੀ ਹੈ, ਉਹਨਾਂ ਵਿੱਚੋਂ, ਕਾਇਆ ਨਗਰੀ ਦੇ ਵਿੱਚੋਂ ਜਿਤਨੇ ਦੁਸ਼ਮਣ ਸਨ, ਦੂਤ ਸਨ, ਉਹ ਸਾਰੇ ਦੁਸ਼ਮਣ ਤੇ ਦੂਤ ਮਾਰ ਕੇ ਹਿਰਦੇ ਚੋਂ ਕੱਢ ਦਿੱਤੇ ਹਰੀ ਦੀ ਸੇਵਾ ਨੇ। ਦੂਤ ਦੁਸ਼ਮਣ ਸਭ ਤੁਝ ਤੇ ਨਿਵਰੇ, ਪ੍ਰਗਟ ਪ੍ਰਤਾਪ ਤੁਮਾਰਾ। ਜਿੰਨੇ ਦੁਸ਼ਮਣ ਸਨ, ਦੂਤ ਸਨ, ਯਾਨੀ ਕਿ ਕਾਮ ਕ੍ਰੋਧ ਆਦਿਕ ਵਿਕਾਰ, ਇਹ ਸਾਰੇ ਹੀ ਵਿਕਾਰ ਉਹਨਾਂ ਦੇ ਹਿਰਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਨੇ ਮਾਰ ਕੇ ਕੱਢ ਦਿੱਤੇ। ਜਿਨ੍ਹਾਂ ਨੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਕੀਤੀ, ਇਹ ਹਰੀ ਅਕਾਲ ਪੁਰਖ ਦੀ ਸੇਵਾ ਦਾ ਪ੍ਰਤਾਪ ਹੈ। ਇਹ ਹਰੀ ਦੀ ਸੇਵਾ ਦੀ ਵੱਡੀ ਵਡਿਆਈ ਹੈ ਸੰਤੋ। ਹਰ ਹਰ ਕਿਰਪਾਲ ਹੁਆ ਭਗਤ ਜਨਾ ਉਪਰ, ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾਲ ਹੈ ਔਰ ਆਪਣੇ ਆਪ ਭਗਤ ਜਨਾਂ ਤੇ ਕਿਰਪਾ ਕਰਦਾ ਹੈ। ਹਰ ਹਰ ਕਿਰਪਾਲ ਹੋਆ ਭਗਤ ਜਨਾਂ ਉਪਰ, ਉਹ ਆਪਣੇ ਆਪ ਭਗਤ ਜਨਾਂ ਦੇ ਉੱਤੇ ਕਿਰਪਾਲ ਹੁੰਦਾ। ਹਰੀ ਐਸਾ ਦਿਆਲੂ ਹੈ। ਹਰ ਆਪਣੀ ਕਿਰਪਾ ਕਰ, ਹਰੀ ਨੇ ਆਪ ਆਪਣੀ ਕਿਰਪਾ ਕੀਤੀ ਹੈ। ਹਰ ਆਪ ਰੱਖ ਲੀਏ, ਹਰੀ ਨੇ ਆਪ ਕਿਰਪਾ ਕਰਕੇ ਆਪਣੇ ਆਪ ਪਿਆਰਿਆਂ ਨੂੰ, ਆਪਣੇ ਆਪ ਭਗਤਾਂ ਨੂੰ ਰੱਖ ਲਿਆ। ਉਹ ਰਖਵਾਲਾ ਹੈ, ਉਹ ਹਰੀ ਕਿਰਪਾ ਕਰਨ ਵਾਲਾ ਹੈ। ਉਹਨੇ ਆਪਣੇ ਆਪ ਭਗਤ ਜਨਾਂ ਤੇ ਕਿਰਪਾ ਰੱਖ ਕਰਕੇ ਆਪ ਆਪਣੇ ਆਪ ਭਗਤਾਂ ਨੂੰ ਰੱਖ ਲਿਆ ਹੈ, ਰੱਖ ਲਿਆ ਹੈ। ਉਹ ਵਾਹਿਗੁਰੂ ਰੱਖਣ ਵਾਲਾ ਹੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ, ਤਿਤੈ ਲਹੋ ਉਭਾਰ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਦਇਆ ਕਰੋ, ਤੁਹਾਡੀ ਪਨਾਹ ਤੇ ਤੁਹਾਡੀ ਸ਼ਰਨ ਵਿੱਚ ਹਾਂ। ਕਿਰਪਾ ਕਰਕੇ ਰੱਖ ਲੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਗੁਰਦੇਵ ਕਿਰਪਾ ਕਰਨ ਸਾਡਾ ਸਾਰਿਆਂ ਦਾ, ਗਾਵਿਆ ਸੁਣਿਆ ਪਾਤਸ਼ਾਹ ਥਾਏ ਪਾਵਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।